4 ਬਿੱਲ ਪਾਸ ਕੀਤੇ ਗਏ। ਬੜੇ ਵਿਵਾਦ ਖੜੇ ਹੋਏ, ਲਗਾਤਾਰ ਕਈ ਸਾਰੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ। ਤਾਂ ਇਹਨਾਂ ਬਿੱਲਾਂ ਨੂੰ ਕਿਵੇਂ ਦੇਖ ਕਿਹੜਾ ਕਾਨੂੰਨ ਕੇਂਦਰ ਬਣਾਏਗਾ, ਕਿਹੜਾ ਕਾਨੂੰਨ ਸੂਬੇ ਦੀ ਵਿਧਾਨ ਸਭਾ ਬਣਾਏਗੀ, ਇਸ ਦੇ ਬਾਰੇ ਲਿਸਟ 1, ਲਿਸਟ 2, ਲਿਸਟ 3 ਤਿੰਨ ਸੰਵਿਧਾਨ ਦੇ ਵਿੱਚ ਲਿਸਟਾਂ ਕਲੀਅਰ ਹੈਗੀਆਂ ਨੇ। ਸਿੱਖ ਗੁਰਦੁਆਰਾ ਪ੍ਰਬੰਧਕ ਐਕਟ ਦੀ ਗੱਲਬਾਤ ਕਰਦੇ ਹਾਂ, ਜਿਹਦੇ 'ਚ ਅਮੈਂਡਮੈਂਟ ਕੀਤੀ ਗਈ ਹੈ, ਧਾਰਾ ਜੋੜਨ ਦੀ ਗੱਲਬਾਤ ਕੀਤੀ ਗਈ ਹੈ। ਸਭ ਤੋਂ ਪਹਿਲਾਂ ਤਾਂ ਇਹ ਕਿ ਸਟੇਟ ਸਬਜੈਕਟ ਹੈਗਾ ਜਾਂ ਫਿਰ ਸੈਂਟਰ ਸਬਜੈਕਟ। ਜਦੋਂ ਤੱਕ ਗਵਰਨਰ ਸਾਹਿਬ ਇਸ ਤੇ ਦਸਤਖਤ ਨਹੀਂ ਕਰਨਗੇ ਇਹ ਲਾਗੂ ਨਹੀਂ ਹੋਏਗਾ। ਕਿ ਅਗਰ ਸੂਬੇ ਦਾ ਕਾਨੂੰਨ ਔਰ ਕੇਂਦਰ ਦਾ ਕਾਨੂੰਨ ਇੱਕ ਦੂਜੇ ਨਾਲ ਟਕਰਾਏਗਾ ਤੇ ਕੇਂਦਰ ਦਾ ਕਾਨੂੰਨ ਜਿਹੜਾ ਹੈ ਉਹ ਲਾਗੂ ਹੋਏਗਾ। ਮੁੱਖ ਮੰਤਰੀ ਦੇ ਅਹੁਦੇ ਦੀ ਕੀ ਗਰਿਮਾ ਹੈਗੀ ਆ ਜਾਂ ਫਿਰ ਗਵਰਨਰ ਦੇ ਅਹੁਦੇ ਦੀ ਕੀ ਗਰਿਮਾ ਹੈਗੀ ਆ? ਆਰਟੀਕਲ 167 ਜਿਹੜਾ ਕਿਸੇ ਵੀ ਮੁੱਖ ਮੰਤਰੀ ਦੀਆਂ 3 ਡਿਊਟੀਆਂ ਲਗਾਉਂਦਾ ਹੈ। ਪਹਿਲੀ ਕਿ ਗਵਰਨਰ ਨੂੰ ਜੋ ਕਾਉਂਸਲ ਆਫ ਮਿਨਿਸਟਰਸ ਫੈਸਲੇ ਲੈਂਦੀ ਹੈ ਉਹਦੇ ਬਾਰੇ ਜਾਣਕਾਰੀ ਦੇਵੇ। ਦੂਸਰੀ, ਜੋ ਇਨਫੋਰਮੇਸ਼ਨ ਗਵਰਨਰ ਸਾਹਿਬ ਮੰਗਦੇ ਨੇ ਉਹਨੂੰ ਗਵਰਨਰ ਸਾਹਿਬ ਨੂੰ ਦੇਵੇ। ਔਰ ਇਹ ਲਿਖਿਆ ਇਟ ਸ਼ੈਲ ਬੀ ਦੀ ਡਿਊਟੀ ਆਫ ਦੀ ਚੀਫ ਮਿਨਿਸਟਰ। ਇਹ ਕੋਈ ਕਮਿਊਨੀਕੇਸ਼ਨ ਨਾਰਮਲ ਹੋਣੀ ਹੈ, ਡਿਊਟੀ ਹੈ ਚੀਫ ਮਿਨਿਸਟਰ ਦੀ। ਜੋ ਯੂਨੀਵਰਸਿਟੀਆਂ ਦੇ ਚਾਂਸਲਰ ਕੌਣ ਹੋਣ ਤੇ ਵਾਈਸ ਚਾਂਸਲਰ ਕੌਣ ਹੋਣ, ਇਸ ਨੂੰ ਲੈ ਕੇ ਵੀ ਇੱਕ ਬਿੱਲ ਜਿਹੜਾ ਹੈਗਾ ਉਹ ਲਿਆਂਦਾ ਗਿਆ ਵਿਧਾਨ ਸਭਾ ਦੇ ਅੰਦਰ। ਅੱਜ ਤੁਸੀਂ ਚੀਫ ਮਿਨਿਸਟਰ ਨੂੰ ਬਣਾਇਆ, ਕੱਲ ਨੂੰ ਤੁਸੀਂ ਕਹੋਗੇ ਕਿ ਜੀ ਐਜੂਕੇਸ਼ਨ ਮਿਨਿਸਟਰ ਚਾਂਸਲਰ ਹੋਏਗਾ, ਪਰਸੋਂ ਕਹੋਗੇ ਸੈਕਟਰੀ ਐਜੂਕੇਸ਼ਨ ਚਾਂਸਲਰ ਹੋਏਗਾ, ਚੌਥੇ ਕਹੋਗੇ ਸਾਡਾ ਡੀਸੀ ਚਾਂਸਲਰ ਹੋਏਗਾ। ਕਿੱਥੇ ਰੁਕੇਗਾ ਕੰਮ ਜਾ ਕੇ? ਕਿੱਥੇ ਜਾ ਕੇ ਰੁਕੇਗਾ? ਕਿਆ ਯੂਨੀਵਰਸਿਟੀਆਂ ਨੂੰ ਇੱਕ ਸਿਆਸੀ ਅਖਾੜਾ ਬਣਾਉਣਾ ਚਾਹ ਰਹੇ ਹੋ? 20 ਜੂਨ ਨੂੰ ਪੰਜਾਬ ਵਿਧਾਨ ਸਭਾ ਦੇ ਅੰਦਰ 4 ਬਿੱਲ ਪਾਸ ਕੀਤੇ ਗਏ। ਬਿੱਲ ਕਹਿ ਲਓ ਜਾਂ ਫਿਰ ਵਿਵਾਦਤ ਬਿੱਲ ਕਹਿ ਲਓ, ਕਿਉਂਕਿ ਇਹਨਾਂ ਬਿੱਲਾਂ ਦੇ ਪਾਸ ਹੋਣ ਤੋਂ ਬਾਅਦ ਲਗਾਤਾਰ ਵਿਵਾਦ ਪੰਜਾਬ ਸਰਕਾਰ ਦਾ ਖਹਿੜਾ ਛੱਡਣ ਲਈ ਤਿਆਰ ਨਹੀਂ ਹੈਗੇ। 4 ਬਿੱਲ ਪਾਸ ਕੀਤੇ ਗਏ ਨੇ, ਬੜੇ ਵਿਵਾਦ ਖੜੇ ਹੋਏ, ਲਗਾਤਾਰ ਕਈ ਸਾਰੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ। ਤਾਂ ਇਹਨਾਂ ਬਿੱਲਾਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਹਿੰਦੁਸਤਾਨ ਦੀ ਚਾਹੇ ਸੂਬੇ ਦੀ ਸਰਕਾਰ ਹੈ, ਚਾਹੇ ਕੇਂਦਰ ਦੀ ਸਰਕਾਰ ਹੈ, ਚਾਹੇ ਮੁੱਖ ਮੰਤਰੀ ਹੈ, ਚਾਹੇ ਗਵਰਨਰ ਹੈ, ਚਾਹੇ ਕਚਹਿਰੀਆਂ ਨੇ, ਕੋਰਟਸ ਹੈਗੀਆਂ ਨੇ, ਉਹ ਸਾਰੇ ਸੰਵਿਧਾਨਿਕ ਮਰਿਆਦਾ ਦੇ ਅਨੁਸਾਰ ਕੰਮ ਕਰਦੇ ਨੇ। ਹਿੰਦੁਸਤਾਨ ਦੇ ਸੰਵਿਧਾਨ ਨੇ ਕਿਹੜਾ ਕਾਨੂੰਨ ਕੇਂਦਰ ਬਣਾਏਗਾ, ਕਿਹੜਾ ਕਾਨੂੰਨ ਸੂਬੇ ਦੀ ਵਿਧਾਨ ਸਭਾ ਬਣਾਏਗੀ, ਇਸ ਦੇ ਬਾਰੇ ਲਿਸਟ 1, ਲਿਸਟ 2, ਲਿਸਟ 3 ਤਿੰਨ ਸੰਵਿਧਾਨ ਦੇ ਵਿੱਚ ਲਿਸਟਾਂ ਕਲੀਅਰ ਹੈਗੀਆਂ ਨੇ। ਇੱਕ ਲਿਸਟ ਉਹ ਹੈ ਜਿਹਨੂੰ ਕਨਕਰੈਂਟ ਲਿਸਟ ਬੋਲਦੇ ਆ, ਕਿ ਅਗਰ ਕਿਸੇ ਜਿਹਦੇ ਵਿੱਚ ਸੈਂਟਰ ਸਰਕਾਰ ਵੀ ਕਾਨੂੰਨ ਬਣਾ ਸਕਦੀ ਹੈ, ਸੂਬੇ ਦੀ ਸਰਕਾਰ ਵੀ ਕਾਨੂੰਨ ਬਣਾ ਸਕਦੀ ਹੈ। ਲੇਕਿਨ ਉਸ ਦੇ ਵਿੱਚ ਵੀ ਪ੍ਰਾਵਧਾਨ ਇਹ ਹੈ ਕਿ ਅਗਰ ਸੂਬੇ ਦਾ ਕਾਨੂੰਨ ਔਰ ਕੇਂਦਰ ਦਾ ਕਾਨੂੰਨ ਇੱਕ ਦੂਜੇ ਨਾਲ ਟਕਰਾਏਗਾ ਤੇ ਕੇਂਦਰ ਦਾ ਕਾਨੂੰਨ ਜਿਹੜਾ ਹੈ ਉਹ ਲਾਗੂ ਹੋਏਗਾ। ਅਸੀਂ ਸਪੈਸੀਫਿਕ ਗੱਲ ਕਰ ਲੈਂਦੇ ਹਾਂ, ਸਿੱਖ ਗੁਰਦੁਆਰਾ ਪ੍ਰਬੰਧਕ ਐਕਟ ਦੀ ਗੱਲਬਾਤ ਕਰਦੇ ਹਾਂ, ਜਿਹਦੇ 'ਚ ਅਮੈਂਡਮੈਂਟ ਕੀਤੀ ਗਈ ਹੈ, ਧਾਰਾ ਜੋੜਨ ਦੀ ਗੱਲਬਾਤ ਕੀਤੀ ਗਈ ਹੈ। ਸਭ ਤੋਂ ਪਹਿਲਾਂ ਤਾਂ ਇਹ ਕਿ ਸਟੇਟ ਸਬਜੈਕਟ ਹੈਗਾ ਜਾਂ ਫਿਰ ਸੈਂਟਰ ਸਬਜੈਕਟ ਹੈਗਾ। ਅਗਰ ਅਮੈਂਡਮੈਂਟ ਕਰਨ ਦਾ ਹੱਕ ਹੋਵੇਗਾ ਵੀ ਹੈ ਜਾਂ ਨਹੀਂ, ਇਸ ਤੇ ਵਿਵਾਦ ਹੈ, ਦੋ ਰਾਏ ਲੋਕਾਂ ਦੀ ਹੈਗੀ ਹੈ। ਉਦੋਂ ਵੀ ਜਦੋਂ ਤੱਕ ਗਵਰਨਰ ਸਾਹਿਬ ਇਸ ਤੇ ਦਸਤਖਤ ਨਹੀਂ ਕਰਨਗੇ ਇਹ ਲਾਗੂ ਨਹੀਂ ਹੋਏਗਾ। ਔਰ ਗਵਰਨਰ ਸਾਹਿਬ ਬਹੁਤ ਹੀ ਕਾਨੂੰਨ ਦੇ ਮਾਹਿਰ ਨੇ। ਤਮਿਲਨਾਡੂ ਦੇ ਗਵਰਨਰ ਰਹਿ ਚੁੱਕੇ ਨੇ, ਗੁਹਾਟੀ 'ਚ ਗਵਰਨਰ ਰਹਿ ਚੁੱਕੇ ਨੇ, ਸਾਡੇ ਬਹੁਤ ਦੇਰ ਤੋਂ ਗਵਰਨਰ ਨੇ, ਔਰ ਬਹੁਤ ਕਾਨੂੰਨੀ ਪੋਜੀਸ਼ਨ ਦੇ ਜਾਣਕਾਰ ਨੇ। ਜੋ ਵੀ ਫੈਸਲਾ ਲੈਂਦੇ ਨੇ ਪੜ੍ਹ ਕੇ ਦੇਖ ਕੇ, ਕਨਸਟੀਟਿਊਸ਼ਨ ਨੂੰ ਖੁਦ ਪੜ੍ਹ ਕੇ ਦੇਖ ਕੇ ਫੈਸਲਾ ਲੈਂਦੇ ਨੇ। ਸੰਸਥਾ ਦੇ ਨਾਲ ਜੁੜਿਆ ਹੋਇਆ ਕੋਈ ਫੈਸਲਾ ਸਰਕਾਰ ਨੇ ਲੈਣਾ ਹੁੰਦਾ, ਕਿ ਉਸ ਸੰਸਥਾ ਦੇ ਨਾਲ ਕੋਆਰਡੀਨੇਸ਼ਨ ਕਰਨਾ, ਉਹਦੀ ਸਹਿਮਤੀ ਲੈਣਾ, ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਜਾਂ ਇਤਿਹਾਸ ਇਹਦੇ ਵਿੱਚ ਕੀ ਕਹਿੰਦਾ? ਦੇਖੋ, ਕਾਨੂੰਨੀ ਤੌਰ ਤੇ ਵਿਧਾਨ ਸਭਾ ਜਾਂ ਲੋਕ ਸਭਾ ਕਿਸੇ 'ਚ ਅਮੈਂਡਮੈਂਟ ਕਰਨਾ ਚਾਹਣ ਐਕਟ ਵਿੱਚ, ਤੇ ਉਹ ਉਹਨਾਂ ਦਾ ਪਾਵਰ ਹੈ ਜੁਰਿਸਡਿਕਸ਼ਨ ਕਰਨ ਦੀ। ਲੇਕਿਨ ਮਰਿਆਦਾ, ਸੰਵਿਧਾਨਿਕ ਮਰਿਆਦਾ ਇਹ ਮੰਗ ਕਰਦੀ ਹੈ ਕਿ ਤੁਸੀਂ ਜਿਸ ਕਾਨੂੰਨ 'ਚ ਵੀ ਸੰਸ਼ੋਧਨ ਕਰਨ ਲੱਗੇ ਹੋ ਉਸ ਦੇ ਅੰਦਰ ਜੋ ਵੀ ਸਟੈਚੂਟਰੀ ਬੋਡੀਜ਼ ਨੇ ਉਹਨਾਂ ਦੀ ਰਾਏ ਲੈਣੀ ਮੁਨਾਸਿਬ ਹੁੰਦੀ ਹੈ, ਜਿਹਨੂੰ ਬੋਲਦੇ ਨੇ ਪ੍ਰੋਪਰਾਈਟੀ ਡਿਮਾਂਡ ਕਰਦੀ ਹੈ ਕਿ ਉਹਨਾਂ ਦੀ ਰਾਏ ਤੁਸੀਂ ਲਓ। ਮੁੱਖ ਮੰਤਰੀ ਦੇ ਅਹੁਦੇ ਦੀ ਕੀ ਗਰਿਮਾ ਹੈਗੀ ਆ ਜਾਂ ਫਿਰ ਗਵਰਨਰ ਦੇ ਅਹੁਦੇ ਦੀ ਕੀ ਗਰਿਮਾ ਹੈਗੀ ਆ? ਜਿਸ ਤਰੀਕੇ ਦੀ ਇਹ ਲਗਾਤਾਰ ਖਿੱਚੋਤਾਣ ਚੱਲ ਰਹੀ ਹੈ, ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ਦੇ ਅੰਦਰ ਕਮੈਂਟ ਕੀਤੇ ਗਏ ਨੇ, ਤੇ ਉਸ ਤੋਂ ਬਾਅਦ ਗਵਰਨਰ ਸਾਹਿਬ ਵੀ ਕਹਿੰਦੇ ਹੋਏ ਨਜ਼ਰ ਆਏ ਕਿ ਕਵਚ ਮਿਲਿਆ ਹੋਇਆ ਸੀ ਵਿਧਾਨ ਸਭਾ ਦਾ, ਉਹਦੇ ਕਰਕੇ ਅਸੀਂ ਕਾਨੂੰਨੀ ਕੋਈ ਨਹੀਂ ਐਕਸ਼ਨ ਲੈ ਸਕਦੇ। ਲੇਕਿਨ ਅਗਰ ਇਹੀ ਗੱਲ ਬਾਹਰ ਕਹੀ ਹੁੰਦੀ ਤਾਂ ਸ਼ਾਇਦ ਮੈਂ ਇਸ ਤੇ ਕੋਈ ਕਾਨੂੰਨੀ ਐਕਸ਼ਨ ਵੀ ਲੈਂਦਾ। ਤਾਂ ਇਹ ਚੀਜ਼ ਨੂੰ ਤੁਸੀਂ ਕੀ ਦੇਖ ਰਹੇ ਹੋ? ਕਿਉਂਕਿ ਸੰਵਿਧਾਨਿਕ ਤੌਰ ਤੇ ਇਹ ਚੀਜ਼ਾਂ ਹੋਣੀਆਂ, ਅਹੁਦਿਆਂ ਦੇ ਉੱਤੇ ਉਂਗਲਾਂ ਚੱਕਣੀਆਂ, ਤਾਂ ਉਹ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਦੇਖੋ, ਹਿੰਦੁਸਤਾਨ ਦੇ ਸੰਵਿਧਾਨ ਦੇ ਮੁਤਾਬਕ ਕੋਈ ਵੀ ਐਮਐਲਏ ਵਿਧਾਨ ਸਭਾ 'ਚ ਜਾਂ ਕੋਈ ਵੀ ਮੈਂਬਰ ਪਾਰਲੀਮੈਂਟ 'ਚ ਦੋਨਾਂ 'ਚ, ਲੋਕ ਸਭਾ ਔਰ ਰਾਜ ਸਭਾ 'ਚ ਅਗਰ ਕੁਝ ਵੀ ਬੋਲਦਾ ਹੈ, ਕੋਈ ਵੀ ਗੱਲ ਕਹਿੰਦਾ ਹੈ, ਤਾਂ ਉਸ ਦੇ ਆਧਾਰ ਦੇ ਉਸ ਦੇ ਖਿਲਾਫ ਕੋਈ ਮੁਕੱਦਮਾ ਕਾਰਵਾਈ ਨਹੀਂ ਹੋ ਸਕਦੀ। ਇਹ ਕਲੌਜ਼ ਇਸ ਕਰਕੇ ਐਡ ਕੀਤੀ ਗਈ ਸੀ ਤਾਂ ਕਿ ਚੁਣੇ ਹੋਏ ਨੁਮਾਇੰਦੇ ਆਪਣੀ ਗੱਲ ਬਿਨਾਂ ਕਿਸੇ ਝਿਜਕ ਤੋਂ, ਬਿਨਾਂ ਕਿਸੇ ਡਰ ਤੋਂ ਕਹਿ ਸਕਣ। ਇਹ ਕਲੌਜ਼ ਇਸ ਕਰਕੇ ਨਹੀਂ ਸੰਵਿਧਾਨ 'ਚ ਪਾਈ ਗਈ ਸੀ ਕਿ ਤੁਸੀਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਹੋ, ਕਿਸੇ ਨੂੰ ਮੰਦਭਾਗਾ ਕਹੋ, ਕਿਸੇ ਬਾਰੇ ਗਲਤ ਸ਼ਬਦਾਂ ਦਾ ਇਸਤੇਮਾਲ ਕਰੋ। ਅਗਰ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਹੈ ਤਾਂ ਸੰਵਿਧਾਨਿਕ ਅਧਿਕਾਰ ਦੀ ਦੁਰਉਪਯੋਗ ਕਰਨ ਵਾਲੀ ਗੱਲ ਹੈ। ਦੂਜੀ ਗੱਲ ਮਰਿਆਦਾ ਦੀ ਹੈ। ਭਾਰਤ ਦਾ ਸੰਵਿਧਾਨ ਗਵਰਨਰ ਦੇ ਹੱਕਾਂ ਦੀ ਵੀ ਪਰਿਭਾਸ਼ਾ ਕਰਦਾ ਹੈ, ਮੁੱਖ ਮੰਤਰੀ ਦੀ ਵੀ ਕਰਦਾ ਹੈ, ਵਿਧਾਨ ਸਭਾ ਦੀ ਵੀ ਕਰਦਾ ਹੈ।
ਆਰਟੀਕਲ 167 ਹਿੰਦੁਸਤਾਨ ਦਾ ਕਨਸਟੀਟਿਊਸ਼ਨ ਜਿਹੜਾ ਕਿਸੇ ਵੀ ਮੁੱਖ ਮੰਤਰੀ ਦੀਆਂ 3 ਡਿਊਟੀਆਂ ਲਗਾਉਂਦਾ ਹੈ। ਪਹਿਲੀ ਕਿ ਗਵਰਨਰ ਨੂੰ ਜੋ ਜੋ ਕਾਉਂਸਲ ਆਫ ਮਿਨਿਸਟਰਸ ਫੈਸਲੇ ਲੈਂਦੀ ਹੈ ਉਹਦੇ ਬਾਰੇ ਜਾਣਕਾਰੀ ਦੇਵੇ। ਦੂਸਰੀ, ਜੋ ਇਨਫੋਰਮੇਸ਼ਨ ਗਵਰਨਰ ਸਾਹਿਬ ਮੰਗਦੇ ਨੇ ਉਹਨੂੰ ਗਵਰਨਰ ਸਾਹਿਬ ਨੂੰ ਦੇਵੇ। ਔਰ ਇਹ ਲਿਖਿਆ ਹੈ ਇਟ ਸ਼ੈਲ ਬੀ ਦੀ ਡਿਊਟੀ ਆਫ ਦੀ ਚੀਫ ਮਿਨਿਸਟਰ। ਇਹ ਕੋਈ ਕਮਿਊਨੀਕੇਸ਼ਨ ਨਾਰਮਲ ਹੋਣੀ ਹੈ, ਡਿਊਟੀ ਹੈ ਚੀਫ ਮਿਨਿਸਟਰ ਦੀ। ਔਰ ਅਗਰ ਗਵਰਨਰ ਕਹੇ ਕਿ ਕੋਈ ਵਿਸ਼ੇ ਤੇ ਕੈਬਨਿਟ ਨੂੰ ਵਿਚਾਰ ਕਰਨ ਦੀ ਲੋੜ ਹੈ ਤਾਂ ਉਹ ਵਿਸ਼ੇ ਗਵਰਨਰ ਦੀ ਕਾਉਂਸਲ ਦੀ ਮਿਨਿਸਟਰ ਦੀ ਵਿਚਾਰ ਕਰਨ ਵਾਸਤੇ ਜਾਏਗਾ। ਮੌਜੂਦਾ ਦੌਰ 'ਚ ਮੈਂ ਵੇਖ ਰਿਹਾ ਬਹੁਤ ਦੇਰ ਤੋਂ ਇੱਕ ਲॉयर ਦੇ ਨਾਤੇ ਵੀ ਕਿ ਪੰਜਾਬ ਸਰਕਾਰ ਦੇ ਉਹਨਾਂ ਦੇ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ, ਪਤਾ ਨਹੀਂ ਕੌਣ ਉਹਨਾਂ ਦਾ ਐਡਵਾਈਜ਼ਰ ਹੈ ਮੈਨੂੰ ਨਹੀਂ ਪਤਾ, ਪਰ ਉਹ ਇੱਕ ਜਿਹੜੀਆਂ ਪਰੰਪਰਾਵਾਂ ਨੇ ਉਹਨਾਂ ਨੂੰ ਤੋੜ ਰਹੇ ਨੇ, ਗਲਤ ਪਰੰਪਰਾਵਾਂ ਪਾ ਰਹੇ ਨੇ ਔਰ ਮਰਿਆਦਾ ਦਾ ਬਿਲਕੁਲ ਖਿਆਲ ਨਹੀਂ ਰੱਖ ਰਹੇ। ਗਵਰਨਰ ਤੇ ਮੁੱਖ ਮੰਤਰੀ ਪਹਿਲੀ ਵਾਰ ਨਹੀਂ ਹੈ, ਅਲੱਗ-ਅਲੱਗ ਸੂਬਿਆਂ 'ਚ ਅਲੱਗ-ਅਲੱਗ ਲੈਵਲ ਤੇ ਗਵਰਨਰ ਦੇ ਤੇ ਮੁੱਖ ਮੰਤਰੀ ਦੇ ਕਈ ਨਾ ਕਈ ਮਤਭੇਦ ਆਉਂਦੇ ਰਹੇ ਨੇ, ਪੰਜਾਬ 'ਚ ਵੀ ਆਉਂਦੇ ਰਹੇ ਨੇ, ਐਸਾ ਨਹੀਂ ਹੈ ਕਿ ਨਹੀਂ ਆਉਂਦੇ ਸਨ। ਲੇਕਿਨ ਇਸ ਤਰੀਕੇ ਦੇ ਲੈਵਲ ਤੱਕ ਆਣਾ ਕਿ ਗਵਰਨਰ ਨੇ ਜਿਹੜੀ ਇੱਕ ਸੰਵਿਧਾਨਿਕ ਡਿਊਟੀ ਦੀ ਚਿੱਠੀ ਮੁੱਖ ਮੰਤਰੀ ਨੂੰ ਲਿਖੀ ਹੈ, ਤੁਸੀਂ ਉਹਨੂੰ ਲਵ ਲੈਟਰ ਕਹੋਗੇ, ਤੁਸੀਂ ਕਹੋਗੇ ਔਰ ਤੂੰ ਕਹਿ ਕੇ ਬੋਲ ਰਹੇ ਹੋ, ਉਹ ਤੇ ਸਾਡੀ ਉਹਨਾਂ ਦੀ ਵਕਾਲਤ ਕਰ ਰਿਹਾ, ਉਹ ਤਾਂ ਉਹਨਾਂ ਦੀ ਗੱਲ ਕਰ ਰਿਹਾ। ਹੈਲੀਕਾਪਟਰ ਕੋਈ ਕਿਸੇ ਦਾ ਪਰਸਨਲ ਪ੍ਰਾਪਰਟੀ ਨਹੀਂ ਹੈ, ਹੈਲੀਕਾਪਟਰ ਸਟੇਟ ਦਾ ਹੈ, ਸੀਐਮ ਦਾ ਵੀ ਨਹੀਂ ਹੈ, ਸਟੇਟ ਦਾ ਹੈ, ਹੈਲੀਕਾਪਟਰ ਗਵਰਨਮੈਂਟ ਦਾ ਹੈ, ਸਟੇਟ ਦਾ ਹੈ। ਔਰ ਗਵਰਨਰ ਜਿਹੜਾ ਸੰਵਿਧਾਨਿਕ ਮੁਖੀ ਹੈ ਉਸਨੂੰ ਉਹਦਾ ਹੱਕ ਹੈ ਪੂਰਾ ਇਸਤੇਮਾਲ ਕਰਨ ਦਾ। ਇਹ ਤਾਨਾ ਕਿੱਥੋਂ ਆ ਗਿਆ ਕਿ ਸਾਡਾ ਹੈਲੀਕਾਪਟਰ ਮੇਰਾ ਹੈਲੀਕਾਪਟਰ ਯੂਜ਼ ਕਰਦੇ ਨੇ ਤੇ ਸਾਨੂੰ ਗਾਲਾਂ ਕੱਢਦੇ ਨੇ? ਇਹ ਸ਼ਬਦਾਵਲੀ ਸ਼ੋਭਾ ਨਹੀਂ ਦਿੰਦੀ। ਜੋ ਗਵਰਨਰ ਦੇ ਅਧਿਕਾਰ ਨੇ ਉਹ ਆਪਣੀ ਅਧਿਕਾਰ ਦੀ ਵਰਤੋਂ ਕਰ ਰਹੇ ਨੇ, ਜੋ ਮੁੱਖ ਮੰਤਰੀ ਦੇ ਅਧਿਕਾਰ ਨੇ ਉਹ ਆਪਣੀ ਕਰ ਰਹੇ ਨੇ। ਦੋਨਾਂ ਦੀ ਮਰਿਆਦਾ ਰੱਖਣੀ ਬਹੁਤ ਜ਼ਰੂਰੀ ਹੈ। ਕੱਲ ਜੋ ਗਵਰਨਰ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਬਹੁਤ ਹੀ ਮਰਿਆਦਾ 'ਚ ਕੀਤੀ ਹੈ ਉਹਨਾਂ ਨੇ ਕੋਈ ਵੀ ਉੱਚਾ ਸ਼ਬਦ ਨਹੀਂ ਬੋਲਿਆ। ਸਾਡੀ ਤਾਂ ਪਰੰਪਰਾ ਜੀ ਕਹਿ ਕੇ ਬੋਲਣ ਦੀ ਹੈ। ਮੇਰੀ ਮਾਨ ਸਾਹਿਬ ਨੂੰ ਬੇਨਤੀ ਹੈ, ਤੁਸੀਂ ਬਹੁਤ ਅੱਛੇ ਆਰਟਿਸਟ ਹੋ, ਬਹੁਤ ਸਿਵਲਾਈਜ਼ਡ ਆਦਮੀ ਹੋ, ਤੁਹਾਡਾ ਇੱਕ ਬਹੁਤ ਆਪਣਾ ਇੱਕ ਕਲਾਕਾਰ ਦੇ ਨਾਤੇ ਇੱਕ ਆਪਣਾ ਬਹੁਤ ਮਾਨ ਸਨਮਾਨ ਹੈ, ਰਾਜਨੀਤਿਕ ਨੇਤਾ ਦੇ ਨਾਤੇ ਵੀ ਬਹੁਤ ਮਾਨ ਸਨਮਾਨ ਹੈ। ਔਰ ਮੁੱਖ ਮੰਤਰੀ ਦੀ ਕੁਰਸੀ ਜਿੱਥੇ ਕਦੇ ਸਰਦਾਰ ਪ੍ਰਤਾਪ ਸਿੰਘ ਕੈਰੋ ਬੈਠੇ, ਜਿੱਥੇ ਪ੍ਰਕਾਸ਼ ਸਿੰਘ ਬਾਦਲ ਬੈਠੇ, ਗਿਆਨੀ ਜ਼ੈਲ ਸਿੰਘ ਜੀ ਬੈਠੇ ਜਿਹੜੇ ਹਿੰਦੁਸਤਾਨ ਦੇ ਬਾਅਦ 'ਚ ਰਾਸ਼ਟਰਪਤੀ ਬਣੇ, ਉਸ ਕੁਰਸੀ ਤੇ ਬੈਠੇ ਹੋ। ਪਲੀਜ਼ ਛੋਟੇ ਛੋਟੇ ਰਾਜਨੀਤਿਕ ਹਿੱਤਾਂ ਨੂੰ ਸਾਹਮਣੇ ਰੱਖਦੇ ਹੋਏ ਇਹਨਾਂ ਮਰਿਆਦਾਵਾਂ ਦਾ ਭੰਗ ਨਾ ਕਰੋ। ਅੱਜ ਤੁਸੀਂ ਤੋੜ ਰਹੇ ਹੋ, ਕੱਲ ਨੂੰ ਕੋਈ ਬੰਦਾ ਆ ਕੇ 2 ਕਦਮ ਇਸ ਤੋਂ ਵੀ ਅੱਗੇ ਜਾਏਗਾ। ਅੱਜ ਤੁਸੀਂ ਉਹਨਾਂ ਬਾਰੇ ਸ਼ਬਦ ਇਸਤੇਮਾਲ ਕੀਤੇ ਨੇ, ਕੱਲ ਨੂੰ ਕੋਈ ਵਿਧਾਨ ਸਭਾ 'ਚ ਖੜਾ ਹੋ ਕੇ ਤੁਹਾਡੇ ਬਾਰੇ ਸ਼ਾਇਦ ਇਸ ਤੋਂ ਵੀ ਜ਼ਿਆਦਾ ਅਪਸ਼ਬਦਾਂ ਦਾ ਇਸਤੇਮਾਲ ਕਰੇ। ਅੱਜ ਤੁਸੀਂ ਚੀਫ ਮਿਨਿਸਟਰ ਨੂੰ ਬਣਾਇਆ, ਕੱਲ ਨੂੰ ਤੁਸੀਂ ਕਹੋਗੇ ਕਿ ਜੀ ਐਜੂਕੇਸ਼ਨ ਮਿਨਿਸਟਰ ਚਾਂਸਲਰ ਹੋਏਗਾ, ਪਰਸੋਂ ਕਹੋਗੇ ਸੈਕਟਰੀ ਐਜੂਕੇਸ਼ਨ ਚਾਂਸਲਰ ਹੋਏਗਾ, ਚੌਥੇ ਕਹੋਗੇ ਸਾਡਾ ਡੀਸੀ ਚਾਂਸਲਰ ਹੋਏਗਾ। ਕਿੱਥੇ ਰੁਕੇਗਾ ਕੰਮ ਜਾ ਕੇ? ਕਿੱਥੇ ਜਾ ਕੇ ਰੁਕੇਗਾ? ਕਿਆ ਯੂਨੀਵਰਸਿਟੀਆਂ ਨੂੰ ਇੱਕ ਸਿਆਸੀ ਅਖਾੜਾ ਬਣਾਉਣਾ ਚਾਹ ਰਹੇ ਹੋ ਜਾਂ ਸਿੱਖਿਆ ਦੇ ਮੰਦਰ ਕੇਂਦਰ ਬਣਾ ਕੇ ਰੱਖਣਾ ਚਾਹੁੰਦੇ ਹੋ? ਇਹ ਵਿਸ਼ੇ ਹੈ ਜਿਹੜਾ ਇਸ ਤੇ ਵਿਚਾਰ ਹੋਣਾ ਚਾਹੀਦਾ। ਧੰਨਵਾਦ ਜੀ ਗੱਲਬਾਤ ਕਰਨ ਲਈ। ਤਾਂ ਇਹਨੇ ਸਤਿਪਾਲ ਜੈਨ ਜੀ ਦਾ ਜਿਹੜੇ ਕਿ ਹਾਲੇ ਤੱਕ ਕਹਿ ਰਹੇ ਨੇ ਕਿ ਹਾਲੇ ਜਿਹੜੇ ਬਿੱਲ ਹੈਗੇ ਆ ਉਹ ਗਵਰਨਰ ਪੰਜਾਬ ਕੋਲੇ ਨਹੀਂ ਆਏ ਹੈਗੇ। ਜਦੋਂ ਆਉਣਗੇ ਸਾਹਮਣੇ ਪੜਿਆ ਜਾਏਗਾ ਤਾਂ ਉਦੋਂ ਹੀ ਕੋਈ ਨਾ ਕੋਈ ਜਿਹੜੀ ਠੀਕ ਠਾਕ ਟਿੱਪਣੀ ਜਿਹੜੀ ਹੈਗੀ ਕੀਤੀ ਜਾਏਗੀ। ਲੇਕਿਨ ਹਾਲ ਫਿਲਹਾਲ ਅਗਰ ਇਤਿਹਾਸ 'ਤੇ ਥੋੜ੍ਹਾ ਜਿਹਾ ਨਜ਼ਰ ਮਾਰੀਏ ਤਾਂ ਇਤਿਹਾਸ ਦੇ ਵਿੱਚ ਕਈ ਵਾਰ ਇਸ ਤਰੀਕੇ ਦੀਆਂ ਜਿਹੜੀਆਂ ਕੰਟਰੋਵਰਸੀਜ਼ ਹੈਗੀਆਂ ਇਹਨਾਂ ਵਿਸ਼ਿਆਂ ਨੂੰ ਲੈ ਕੇ ਨਹੀਂ ਖੜੀਆਂ ਹੋਈਆਂ। ਲੇਕਿਨ ਹਾਲ ਫਿਲਹਾਲ ਜਦੋਂ ਬਿੱਲ ਆਉਣਗੇ ਤਾਂ ਉਦੋਂ ਹੀ ਅਸਲ ਦੇ ਵਿੱਚ ਇਸ 'ਤੇ ਕਮੈਂਟ ਹੋ ਪਾਏਗਾ। ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਰਵਿੰਦਰ ਮੀਤ, PTC ਨਿਊਜ਼, ਚੰਡੀਗੜ੍ਹ।